ਅੱਜ ਤੁਹਾਡੇ ਨਾਲ ਸ਼ਹੀਦ ਜਨਰਲ ਸੁਬੇਗ ਸਿੰਘ ਜੀ ਦੇ ਜੀਵਨ ਦਾ ਕੁਝ ਅਜਿਹਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨੂੰ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣਿਆ ਪੜ੍ਹਿਆ ਹੋਵੇਗਾ। ਜਨਰਲ ਸੁਬੇਗ ਸਿੰਘ ਜੀ ਦਾ ਜਨਮ ਸੰਨ 1920 ਦੇ ਲਗਭਗ ਪਿੰਡ ਖਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਭਾਵੇਂ ਕਿ ਬਚਪਨ ਵਿੱਚ ਹੀ ਆਪ ਸ਼ਰਾਰਤੀ ਸੁਭਾਅ ਦੇ ਸਨ, ਪਰ ਇਸ ਦੇ ਨਾਲ ਹੀ ਗੁੜਤੀ ਵਿੱਚ ਮਿਲੀ ਗੁਰਸਿੱਖੀ ਆਪ ਦੇ ਅੰਗ ਸੰਗ ਸੀ। ਧਾਰਮਿਕ ਖਿਆਲਾਂ ਦੀ ਸ਼ੇਰ ਦਿਲ ਮਾਤਾ ਨੇ ਆਪ ਨੂੰ ਬਚਪਨ ਦੇ ਵਿੱਚ ਹੀ ਗੁਰਬਾਣੀ ਦੇ ਲੜ ਲਾ ਦਿੱਤਾ ਸੀ। ਛੋਟੇ ਹੁੰਦੇ ਹੀ ਆਪ ਨੇ 5 ਬਾਣੀਆਂ ਕੰਠ ਕਰ ਲਈਆਂ ਸਨ, ਜਿਸ ਕਾਰਨ ਆਪ ਨਗਰ ਕੀਰਤਨਾਂ ਦੇ ਵਿੱਚ ਹਮੇਸ਼ਾ ਇਨਾਮ ਜਿੱਤਿਆ ਕਰਦੇ ਸਨ। ਨਿਡਰ ਅਤੇ ਹਾਜ਼ਰ ਜਵਾਬ ਆਪ ਬਚਪਨ ਵਿੱਚ ਹੀ ਇੰਨੇ ਸਨ ਕਿ ਇੱਕ ਵਾਰ ਆਪ ਦੇ ਪਿਤਾ ਨੇ ਇੱਕ ਬ੍ਰਾਹਮਣ ਇੰਸਪੈਕਟਰ ਬਾਬਾ ਬਾਰੇ ਦੱਸਦਿਆਂ ਕਿਹਾ ਕਿ ਇਹ ਇੰਸਪੈਕਟਰ ਬਾਬਾ ਹੈ, ਅਤੇ ਆਪ ਉਸ ਦਾ ਮਖੌਲ ਉਡਾਉਂਦੇ ਹੋਏ ਬਾਬਾ ਬਾਬਾ ਨਾ ਪੀੜੀ ਨਾ ਬਾਬਾ ਕਹਿ ਕੇ ਉੱਥੋਂ ਭੱਜ ਗਏ। 10ਵੀਂ ਤੱਕ ਦੀ ਵਿੱਦਿਆ ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਚਲੇ ਸਕੂਲ ਤੋਂ ਹਾਸਲ ਕੀਤੀ। ਉਸ ਉਪਰੰਤ ਇੱਕ ਐਜੀਟੇਸ਼ਨ ਕਾਰਨ ਖਾਲਸਾ ਕਾਲਜ ਦੇ ਅਧਿਆਪਕ ਅਤੇ ਪ੍ਰੋਫੈਸਰ ਸਿੱਖ ਨੈਸ਼ਨਲ ਕਾਲਜ ਲਾਹੌਰ ਚਲੇ ਗਏ ਤਾਂ ਆਪ ਵੀ ਉੱਥੇ ਜਾ ਕੇ ਪੜ੍ਹਨ ਲੱਗੇ। ਉਹ ਕਾਲਜ ਹੁਣ ਇਸਲਾਮੀਆ ਕਾਲਜ ਦੇ ਨਾਮ ਦੇ ਨਾਲ ਚੱਲ ਰਿਹਾ ਹੈ। BA ਫਸਟ ਈਅਰ ਤੋਂ ਬਾਅਦ ਆਪ ਆਰਮੀ ਦੇ ਵਿੱਚ ਸਿੱਧੇ ਹੀ ਲੈਫਟੀਨੈਂਟ ਭਰਤੀ ਹੋ ਗਏ ਸਨ। ਫੌਜੀ ਟ੍ਰੇਨਿੰਗ ਆਪ ਦੇ ਸਿਰੜ ਦੀ ਇੱਕ ਔਖੀ ਪਰਖ ਸੀ। ਇਸ ਟ੍ਰੇਨਿੰਗ ਦੇ ਦੌਰਾਨ ਰੰਗ ਰੂਟਾਂ ਦੇ ਮੋਢਿਆਂ 'ਤੇ ਸਤੀਰੀਆਂ ਰੱਖ ਕੇ ਉਹਨਾਂ ਦਾ ਪੁਲ ਬਣਾ ਕੇ ਉੱਪਰੋਂ ਫੌਜ ਲੰਘਾਈ ਜਾਂਦੀ ਸੀ। ਇਸ ਦੌਰਾਨ ਕਈ ਵੱਡੇ ਵੀ ਘਬਰਾ ਕੇ ਮੈਦਾਨ ਛੱਡ ਗਏ, ਪਰ ਆਪ ਨੇ ਆਪਣਾ ਸਿਰੜ ਨਾ ਛੱਡਿਆ ਅਤੇ ਅਖੀਰ ਕਰੜੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ। ਫੌਜੀ ਜੀਵਨ ਵਿੱਚ ਆਪ ਨੇ ਕਈ ਮੱਲਾਂ ਮਾਰੀਆਂ। ਸੰਨ 1965 ਦੀ ਜੰਗ ਵਿੱਚ ਆਪ ਨੇ ਵੀਰਤਾ ਦੀ ਜ਼ੋਰ ਵਿਖਾ ਕੇ ਪੱਛਮੀ ਪੰਜਾਬ ਦੇ ਕਈ ਅਹਿਮ ਇਲਾਕੇ ਮਾਲੇ ਸਨ, ਪਰ ਇਸ ਜੰਗ ਸਮੇਂ ਹੀ ਆਪ ਨੂੰ ਆਪਣੇ ਪਿਤਾ ਜੀ ਚੜ੍ਹਾਈ ਕਰ ਜਾਣ ਦੀ ਖਬਰ ਮਿਲੀ। ਆਪ ਨੂੰ ਸੰਨ 1965 ਵਿੱਚ ਹੀ ਜਦੋਂ ਹਿੰਦੁਸਤਾਨੀ ਹਕੂਮਤ ਨੇ ਇੱਕ ਸਮਝੌਤੇ ਤਹਿਤ ਜਿੱਤੇ ਹੋਏ ਇਲਾਕੇ ਵਾਪਸ ਕਰ ਦਿੱਤੇ ਤਾਂ ਜਨਰਲ ਸੁਬੇਗ ਸਿੰਘ ਅੰਦਰ ਹਾਕਮਾਂ ਪ੍ਰਤੀ ਪਹਿਲੀ ਵਾਰ ਰੋਜ ਆ ਗਿਆ ਅਤੇ ਇਹ ਅਹਿਸਾਸ ਹੋਇਆ ਕਿ ਹਾਕਮਾਂ ਲਈ ਫੌਜੀ ਜਵਾਨ ਕੇਵਲ ਇਹ ਸਮਾਨ ਕਰਨ ਵਾਲੀ ਇੱਕ ਚੀਜ਼ ਨੇ ਅਤੇ ਉਹਨਾਂ ਦਾ ਲਹੂ ਸਿਆਸੀ ਹੋਲੀ ਖੇਡਣ ਦੇ ਲਈ ਇੱਕ ਮਾਤਰ ਸਾਧਨ ਹੈ। ਫਿਰ ਜਦੋਂ ਬੰਗਲਾਦੇਸ਼ ਮੁਕਤੀ ਬਾਣੀ ਨੂੰ ਟ੍ਰੇਨਿੰਗ ਦੇਣ ਲਈ ਆਪ ਨੂੰ ਬੰਗਲਾਦੇਸ਼ ਦੀ ਧਰਤੀ 'ਤੇ ਜਾਣਾ ਪਿਆ ਤਾਂ ਆਪ ਨੇ ਇਹ ਜ਼ਿੰਮੇਵਾਰੀ ਵੀ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਅਤੇ 92,000 ਵਿਰੋਧੀ ਫੌਜੀਆਂ ਨੂੰ ਹਥਿਆਰ ਸੁੱਟਣ ਵਾਸਤੇ ਮਜਬੂਰ ਕਰ ਦਿੱਤਾ। ਉੱਥੇ ਆਪ ਗੁਪਤ ਰੂਪ ਦੇ ਵਿੱਚ ਜਨਰਲ ਸ਼ਾਹਬੇਗ ਦੇ ਨਾਂ ਹੇਠ ਕੰਮ ਕਰਦੇ ਰਹੇ। ਅਖੀਰ ਇਹ ਬੰਗਲਾਦੇਸ਼ ਵਿੱਚ ਉੱਥੋਂ ਦੀ ਆਜ਼ਾਦ ਸਰਕਾਰ ਸਥਾਪਿਤ ਕਰਵਾ ਕੇ ਅਤੇ 92,000 ਵਿਰੋਧੀ ਫੌਜੀਆਂ ਨੂੰ ਕੈਦ ਕਰਕੇ ਹੀ ਵਾਪਸ ਪਰਤੇ ਸਨ। ਇਸ ਮੌਕੇ ਬੰਗਲਾਦੇਸ਼ ਵਿੱਚ ਸਥਾਪਿਤ ਹੋਈ ਸਰਕਾਰ ਦੇ ਰਾਸ਼ਟਰਪਤੀ ਨਜੀਮ ਉਨ ਰਹਿਮਾਨ ਨੇ ਆਪ ਨੂੰ ਕਈ ਅਨਮੋਲ ਤੋਹਫੇ ਭੇਟ ਕੀਤੇ, ਜਿਨ੍ਹਾਂ ਵਿੱਚੋਂ ਇੱਕ ਕਿਰਪਾਨ ਅੱਜ ਵੀ ਆਪ ਦੇ ਪਰਿਵਾਰ ਨੇ ਸੰਭਾਲ ਕੇ ਰੱਖੀ ਹੋਈ ਹੈ। ਭਾਰਤ ਸਰਕਾਰ ਨੇ ਇਹਨਾਂ ਸਿੱਖ ਜਰਨੈਲਾਂ ਦੇ ਸਿਰ 'ਤੇ ਜੰਗ ਜਿੱਤਣ ਦੇ ਬਾਵਜੂਦ ਉਹਨਾਂ ਨੂੰ ਕੋਈ ਸਨਮਾਨ ਦੇਣਾ ਜ਼ਰੂਰੀ ਨਹੀਂ ਸਮਝਿਆ, ਸਗੋਂ ਸਾਰਾ ਸਿਹਰਾ ਇੰਦਰਾ ਗਾਂਧੀ ਨੇ ਆਪਣੇ ਸਿਰ ਬਣ ਕੇ ਸਿੱਖ ਅਫਸਰਾਂ ਨੂੰ ਬਦਨਾਮ ਕਰਨ ਦਾ ਰਾਹ ਚੁਣਿਆ। ਇਉਂ ਜਾਪਦਾ ਹੈ ਕਿ ਆਪ ਜੀ ਹਕੂਮਤ ਦਾ ਸਿੱਖ ਅਫਸਰਾਂ ਪ੍ਰਤੀ ਦਵੈਸ਼ਪੂਰਨ ਰਵੱਈਆ ਤਾੜ ਗਏ ਸਨ। ਹੋ ਸਕਦਾ ਹੈ ਕਿ ਆਪਣੇ ਸੱਚੀ ਗੱਲ ਸਪਸ਼ਟ ਕਹਿ ਦੇਣ ਦੇ ਸਵਾਦ ਦੇ ਕਾਰਨ ਆਪ ਦੇ ਵਿਚਾਰ ਹਕੂਮਤ ਦੇ ਕੰਨਾਂ ਤੱਕ ਜਾ ਵੀ ਪੁੱਜੇ ਹੋਣ। ਕਾਰਨ ਕੁਝ ਵੀ ਹੋਵੇ, ਇਹ ਗੱਲ ਪੱਕੀ ਹੈ ਕਿ ਆਪ ਨੂੰ ਜਿਹੜੇ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ, ਉਹਨਾਂ ਦੂਸ਼ਣਾਂ ਨੂੰ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਦੇਣ ਦੇ ਬਾਵਜੂਦ ਹਕੂਮਤ ਅਦਾਲਤ ਵਿੱਚ ਹਾਰ ਗਈ ਸੀ ਅਤੇ ਜਨਰਲ ਸੁਬੇਗ ਸਿੰਘ ਦੀ ਫੇਰ ਬਹਾਲੀ ਦੇ ਆਰਡਰ ਹੋ ਚੁੱਕੇ ਸਨ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਆਪਣੇ ਕੱਢੇ ਜਾਣ ਦੇ ਕਾਰਨਾਂ ਬਾਰੇ ਉਹ ਉਸ ਦਿਨ ਤੋਂ ਹੀ ਸਪਸ਼ਟ ਸਨ ਕਿ ਮੇਰੇ ਨਾਲ ਸਿੱਖ ਹੋਣ ਕਾਰਨ ਹੀ ਧੱਕਾ ਕੀਤਾ ਗਿਆ ਹੈ। ਦੇਸ਼ ਦੀ ਸੇਵਾ ਤਾਂ ਇਸ ਤਰ੍ਹਾਂ ਦਾ ਮੁੱਲ ਪੈਂਦਾ ਵੇਖ ਕੇ ਉਹ ਹੁਣ ਇਹ ਕਹਿਣ ਲੱਗ ਪਏ ਸਨ ਕਿ ਪਹਿਲਾਂ ਦੇਸ਼ ਦੀ ਸੇਵਾ ਕੀਤੀ ਹੈ, ਹੁਣ ਕੌਮ ਦੀ ਸੇਵਾ ਕਰਨੀ ਹੈ। ਉਸ ਕੌਮ ਦੀ ਜਿਸ ਨਾਲ ਪੈਰ 'ਤੇ ਹੋ ਰਹੀ ਧੱਕੇਸ਼ਾਹੀ ਨੂੰ ਉਹਨਾਂ ਨੇ ਬੜੇ ਨੇੜੇ ਤੇੜੇ ਤੋਂ ਵੇਖਿਆ ਅਤੇ ਮਹਿਸੂਸ ਕੀਤਾ ਸੀ। ਹੁਣ ਕੌਮ ਦੀ ਸੇਵਾ ਕਰਨ ਲਈ ਉਹਨਾਂ ਅੰਦਰ ਕਿਸੇ ਪ੍ਰਭਾਵਸ਼ਾਲੀ ਅਤੇ ਇਮਾਨਦਾਰ ਸਿੱਖ ਲੀਡਰ ਨੂੰ ਮਿਲਣ ਦੀ ਖੁਆਇਸ਼ ਪੈਦਾ ਹੋਈ ਅਤੇ ਜਨਰਲ ਸੁਬੇਗ ਸਿੰਘ ਦੇ ਇੱਕ ਦੋਸਤ ਜਗਵੀਰ ਸਿੰਘ ਢਿੱਲੋਂ ਨੇ ਆਪ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਮਿਲਾਇਆ। ਕਾਫੀ ਦੇਰ ਲੌਂਗੋਵਾਲ ਨਾਲ ਵਿਚਾਰ ਵਟਾਂਦਰਾ ਕਰਕੇ ਬਾਹਰ ਆ ਕੇ ਜਦੋਂ ਢਿੱਲੋਂ ਨੇ ਆਪ ਤੋਂ ਇਸ ਮੁਲਾਕਾਤ ਦਾ ਪ੍ਰਭਾਵ ਜਾਣਨਾ ਚਾਹਿਆ ਤਾਂ ਆਪ ਦਾ ਉੱਤਰ ਸੀ, ਯਾਰ ਮੇਰੇ ਤਾਂ ਕੁਝ ਪਿੜ ਪੱਲੇ ਨਹੀਂ ਪਿਆ ਕਿ ਇਹ ਕਹਿਣਾ ਕੀ ਚਾਹੁੰਦੇ ਨੇ, ਕੋਈ ਚੱਜ ਦਾ ਲੀਡਰ ਮੁਲਾਜ਼ਮ ਲਾਉਣਾ ਹੈ ਤਾਂ। ਇਹ ਗੱਲ ਸੁਣ ਕੇ ਜਗਵੀਰ ਸਿੰਘ ਢਿੱਲੋਂ ਨੇ ਸੰਤ ਜਰਨੈਲ ਸਿੰਘ ਜੀ ਦੀ ਦੱਸ ਪਾ ਦਿੱਤੀ। ਸੰਤ ਜਰਨੈਲ ਸਿੰਘ ਨੂੰ ਮਿਲਣ ਲਈ ਆਪ ਇਕੱਲੇ ਹੀ ਮਹਿਤੇ ਗਏ ਅਤੇ ਫਿਰ ਉੱਥੋਂ ਵਾਪਸ ਨਹੀਂ ਪਰਤੇ। ਢਿੱਲੋਂ ਨੂੰ ਕੇਵਲ ਆਪ ਦਾ ਸੁਨੇਹਾ ਹੀ ਮਿਲਿਆ ਜੋ ਇਸ ਤਰ੍ਹਾਂ ਸੀ, ਹੁਣ ਬਣੀ ਆ ਗੱਲ, ਮੈਂ ਫੌਜ ਦਾ ਜਰਨੈਲ ਅਤੇ ਇਹ ਕੌਮ ਦਾ ਜਰਨੈਲ, ਹੁਣ ਤਾਂ ਜ਼ਿੰਦਗੀ ਇਹਨਾਂ ਦੇ ਨਾਲ ਹੀ ਹੈ। ਅਤੇ ਇਹਨਾਂ ਦੋਹਾਂ ਜਰਨੈਲਾਂ ਦੇ ਮੇਲ ਨਾਲ ਸੰਤ ਜਰਨੈਲ ਸਿੰਘ ਦੀ ਸ਼ੇਰ ਗਰਜ ਤੋਂ ਪਹਿਲਾਂ ਹੀ ਡਰੀ ਹੋਈ ਮ੍ਰਿਗ ਵਾਲੀ ਰੂਪੀ ਰਵਾਇਤੀ ਅਕਾਲੀ ਲੀਡਰਸ਼ਿਪ
ਹੋਰ ਬੇਚੈਨ ਹੋ ਗਈ। ਭਾਵੇਂ ਕੋ ਮਿੱਠੀਆਂ ਮੁਸਕਰਾਹਟਾਂ ਹੇਠ ਜ਼ਹਿਰ ਲੁਕੋਈ ਇਹਨਾਂ ਜਰਨੈਲਾਂ ਨੂੰ ਬਾਰ-ਬਾਰ ਧੋਖਾ ਦੇਣ ਲਈ ਕਾਰਜਸ਼ੀਲ ਰਹੀ, ਪਰ ਸੰਤ ਜੀ ਇਹਨਾਂ ਦੀ ਅਸਲੀਅਤ ਸਮਝ ਗਏ ਸਨ। ਹਿੰਦੁਸਤਾਨ ਦੀ ਹਕੂਮਤ ਨੂੰ ਜਦੋਂ ਪਤਾ ਲੱਗਾ ਕਿ ਜਿਨ੍ਹਾਂ ਸਿੱਖਾਂ ਨੂੰ ਫੌਜੀ ਸਿਖਲਾਈ ਦੇ ਉਹਨਾਂ ਦੇ ਮੂਲ ਗੁਣ ਨਾਲ ਤੋੜਨ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦੀ ਆ ਰਹੀ ਹੈ, ਉਹਨਾਂ ਹੀ ਸਿੱਖਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਜਨਰਲ ਸਵੇਗ ਸਿੰਘ ਨੇ ਸਾਂਭ ਲਈ ਹੈ ਅਤੇ ਉਸ ਅੰਦਰਲਾ ਸਮੁੱਚਾ ਜ਼ਹਿਰ ਉਸ ਦੇ ਸ਼ੈਤਾਨ ਦਿਮਾਗ ਵਿੱਚ ਇਕੱਠਾ ਹੋਣ ਲੱਗਾ। ਫਿਰ ਸਿੱਖ ਕੌਮ ਦੇ ਗਦਾਰ ਅਕਾਲੀ ਲੀਡਰਾਂ ਨਾਲ ਸਲਾਹ ਕਰਕੇ 20ਵੀਂ ਸਦੀ ਦਾ ਸਭ ਤੋਂ ਘਿਨਾਉਣਾ ਸਾਕਾ ਵਰਤਾਉਣ ਦੀ ਤਿਆਰੀ ਕਰ ਲਈ ਗਈ। ਸਿੱਖ ਕੌਮ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਜੁਟੇ ਅਣਖੀਲੇ ਜਰਨੈਲ ਹਕੂਮਤੀ ਸਾਜ਼ਿਸ਼ਾਂ ਤੋਂ ਬੇਖਬਰ ਨਹੀਂ ਸਨ। ਇਹੀ ਕਾਰਨ ਸੀ ਕਿ ਜਨਰਲ ਸਵੇਗ ਸਿੰਘ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿਆਂਗੇ, ਜਾਣ ਜਾਂਦੀ ਤਾਂ ਜਾਵੇ। ਜਨਰਲ ਸਾਹਿਬ ਦੇ ਛੋਟੇ ਭਰਾ ਸਰਦਾਰ ਬੇਅੰਤ ਸਿੰਘ ਯਾਦ ਕਰਦੇ ਹੋਏ ਦੱਸਦੇ ਸਨ ਕਿ ਅਕਾਲ ਤਖਤ ਸਾਹਿਬ 'ਤੇ ਇੱਕ ਸਮਾਗਮ ਦੇ ਦੌਰਾਨ ਸੰਬੋਧਨ ਕਰਦਿਆਂ ਸੰਤ ਜਰਨੈਲ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟੋੜਾ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਸੀ ਕਿ ਜੇਕਰ ਫੌਜੀ ਹਮਲੇ ਦਾ ਮੁਕਾਬਲਾ ਕੀਤਿਆਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਤਾਂ ਫਿਰ ਅਸੀਂ ਬਾਹਰ ਚਲੇ ਜਾਈਏਗੇ। ਪਰ ਜਥੇਦਾਰ ਟੋੜਾ ਉਸ ਮੌਕੇ ਕੁਝ ਵੀ ਨਹੀਂ ਸੀ ਬੋਲੇ। ਅਖੀਰ ਉਸ ਕਹਿਰੀ ਹਮਲੇ ਦਾ ਸਮਾਂ ਪੁੱਜਾ। ਸੰਤਾਂ ਵੱਲੋਂ ਪਰਿਵਾਰਾਂ ਨੂੰ ਸੁਰੱਖਿਅਤ ਕੱਢ ਦੇਣ ਦੇ ਕੀਤੇ ਗਏ ਫੈਸਲੇ ਅਨੁਸਾਰ ਜਨਰਲ ਸਵੇਗ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ 3 ਜੂਨ ਨੂੰ ਉੱਥੋਂ ਨਿਕਲ ਜਾਣ ਦੇ ਲਈ ਕਿਹਾ। ਆਪ ਜੀ ਦੇ ਮਾਤਾ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਨਰਲ ਸਵੇਗ ਸਿੰਘ ਨੇ ਕਿਹਾ ਕਿ ਹੁਣ ਇਸ਼ਨਾਨ ਕਰਨ ਦਾ ਸਮਾਂ ਨਹੀਂ, ਤੁਸੀਂ ਨਿਕਲ ਜਾਓ, ਹਮਲਾ ਹੋਣ ਹੀ ਵਾਲਾ ਹੈ। ਜਨਰਲ ਸਵੇਗ ਸਿੰਘ ਜੀ ਨੇ ਦੁਸ਼ਮਣ ਧਿਰ ਵੱਲੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਅੰਦਰਲੀ ਮੋਰਚਾਬੰਦੀ ਦਾ ਜਾਇਜ਼ਾ ਲੈਣ ਲਈ ਆਏ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪਛਾਣ ਲਿਆ ਸੀ ਅਤੇ ਨਾਲ ਹੀ ਉਸ ਦੀਆਂ ਸ਼ੈਤਾਨੀ ਅੱਖਾਂ ਦਾ ਨਿਸ਼ਾਨਾ ਵੀ ਲਾ ਲਿਆ ਸੀ। ਫਿਰ ਸਿੱਖ ਕੌਮ ਨੂੰ ਇਹ ਵੀ ਮਾਣ ਰਹੇਗਾ ਕਿ ਸਿੱਖਾਂ ਦੇ ਜਰਨੈਲ ਜਨਰਲ ਸਵੇਗ ਸਿੰਘ ਦੇ ਬਣਾਏ ਮੋਰਚਿਆਂ ਦੀ ਟੋਹ ਲਾਉਣ ਦੇ ਵਿੱਚ ਦਿੱਲੀ ਦਾ ਜਰਨੈਲ ਰਣਜੀਤ ਦਿਆਲ ਸਫਲ ਨਹੀਂ ਸੀ ਹੋ ਸਕਿਆ ਅਤੇ ਫਿਰ ਚਮਕੌਰ ਦੀ ਗੜੀ ਦੀ ਲੜਾਈ ਵਾਂਗ 20ਵੀਂ ਸਦੀ ਦੇ ਵਿੱਚ ਇੱਕ ਅਨੋਖੀ ਲੜਾਈ ਦਾ ਆਰੰਭ ਹੋਇਆ। ਤੋਪਾਂ ਟੈਂਕਾਂ ਨਾਲ ਲੈਸ ਜ਼ੁਲਮ ਜ਼ਬਰ ਦੇ ਸਹਾਰੇ ਹਕੂਮਤ ਕਰਨ ਵਾਲਿਆਂ ਨੇ ਪੈਰੋਕਾਰਾਂ ਦਾ ਹੜ ਅੱਜ ਸਿੱਖਾਂ ਦਾ ਸਿਦਕ ਸਬਰ ਪਰਖ ਰਿਹਾ ਸੀ। ਇਹ ਸਿਦਕ ਸਬਰ ਦਾ ਲੋਹਾ ਹਿੰਦੁਸਤਾਨੀ ਦੀ ਫੌਜੀ ਜਰਨੈਲਾਂ ਵੀ ਸ਼ਰੇਆਮ ਮੰਨਿਆ। ਇਹਦੇ ਨਾਲ ਹੀ ਜਨਰਲ ਸਵੇਗ ਸਿੰਘ ਵੱਲੋਂ ਦਿੱਤੀ ਟ੍ਰੇਨਿੰਗ 'ਤੇ ਕੀਤੀ ਗਈ ਮੋਰਚਾਬੰਦੀ ਦਾ ਲੋਹਾ ਵੀ ਭਾਰਤੀ ਜਰਨੈਲਾਂ ਨੂੰ ਪ੍ਰੈਸ ਦੇ ਸਾਹਮਣੇ ਮੰਨਣਾ ਪਿਆ ਸੀ। ਸੋ ਅੰਤ ਲੜਦੇ ਲੜਦੇ ਜਨਰਲ ਸਵੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।